2018 ਤੋਂ ਬਾਅਦ ਅਸਲ 'ਚੋਂ ਸੀਨ ਸ਼ੁਰੂ ਹੁੰਦਾ ਹੈ, ਜਿੱਥੇ ਫਿਰ ਉਹ ਧਰਨੇ ਤੇ ਫਿਰ ਤੁਸੀਂ ਉਹ ਸੀਨ ਦੇਖੇ ਨੇ। 2014 'ਚ ਧਰਨਾ ਸ਼ੁਰੂ ਕਰਤਾ ਸੀ ਇਮਰਾਨ ਖਾਨ ਨੇ, 2013 ਦੇ ਇਲੈਕਸ਼ਨ ਤੋਂ 1 ਸਾਲ ਬਾਅਦ ਧਰਨਾ ਸ਼ੁਰੂ ਕਰਤਾ ਸੀ। ਫਿਰ 2018 ਦੇ ਇਲੈਕਸ਼ਨ ਦੇ ਵਿੱਚ ਇਮਰਾਨ ਖਾਨ ਦੀ ਮਰਕਜ਼ 'ਚ ਹੁਕੂਮਤ ਬਣਵਾਈ ਗਈ। ਮਰਕਜ਼ ਦੀ ਹੁਕੂਮਤ ਬਣਵਾਉਣ ਵਾਸਤੇ ਹੁਣ ਇਮਰਾਨ ਖਾਨ ਵਾਸਤੇ ਜਨੂਬੀ ਸੂਬਾ ਮਹਾਜ਼ ਜਿਹੜਾ ਸੀ ਉਹ ਖੜਾ ਕੀਤਾ ਗਿਆ। ਉਹ ਮਹਾਜ਼ ਇਸ ਤੋਂ ਖੜਾ ਕੀਤਾ ਗਿਆ ਕਿ ਨੂਨ ਲੀਗ ਦੇ ਲੋਕ ਸਨ, ਉੱਥੋਂ ਬੰਦੇ ਤੋੜ ਕੇ ਉਹ ਇਲੈਕਟੇਬਲ ਸਨ, ਜਿਹੜੇ ਆਪਣੇ ਆਪਣੇ ਹਲਕੇ ਜਿੱਤ ਸਕਦੇ ਸਨ। ਐਸਟੈਬਲਿਸ਼ਮੈਂਟ ਮਦਦ ਕਰਦੀ ਸੀ ਤਾਂ ਉਹ ਤਗੜੇ ਹੋ ਜਾਂਦੇ ਸਨ। ਉਹਨਾਂ ਨੂੰ ਜਿਤਵਾ ਕੇ ਤੇ ਪੰਜਾਬ 'ਚੋਂ ਅਕਸਰੀਅਤ ਲੈਣਾ ਜ਼ਰੂਰੀ ਹੈ ਮਰਕਜ਼ 'ਚ ਹੁਕੂਮਤ ਬਣਾਉਣ ਵਾਸਤੇ, ਉੱਥੋਂ ਉਹ ਦਵਾਈ। ਫਿਰ ਕਰਾਚੀ ਦੇ ਵਿੱਚੋਂ 13-14 ਸੀਟਾਂ ਜਿਹੜੀਆਂ ਸਨ ਉਹ ਜਿੱਤ ਨਹੀਂ ਸੀ ਸਕਦੀ PTI। ਸਾਡਾ ਖਿਆਲ ਸੀ ਕਿ 3 ਸੀਟਾਂ ਜਿੱਤ ਸਕਦੀ, ਇਸ ਤੋਂ ਜ਼ਿਆਦਾ ਨਹੀਂ। ਉੱਥੋਂ ਉਹਨਾਂ ਨੇ 14 ਸੀਟਾਂ ਦਵਾਤੀਆਂ ਤੇ ਉਹਦੀ ਹੁਕੂਮਤ ਇਮਰਾਨ ਖਾਨ ਦੀ ਬਣਾਤੀ ਤੇ ਇਮਰਾਨ ਖਾਨ ਤਗੜੀ ਹੋ ਗਈ, ਫੇਵਰੇਟ ਸੀ ਐਸਟੈਬਲਿਸ਼ਮੈਂਟ ਦਾ। ਬਲੂ ਆਈਡ ਜਨਰਲ ਬਾਜਵਾ ਮਤਲਬ ਉਹਨਾਂ ਦੇ ਪਸੰਦੀਦਾ ਸਨ। ਜਨਰਲ ਬਾਜਵਾ ਉਹਨਾਂ ਦੇ ਮੁਤਲਕ ਬਹੁਤ ਅੱਛੇ ਅਲਫਾਜ਼ 'ਚ ਸਾਨੂੰ ਤਜ਼ਕਰਾ ਕੀਤਾ ਕਰਦੇ ਸਨ ਤੇ ਜਿਹੜੀਆਂ ਕੋਈ ਬਰੀਫਿੰਗਸ ਵੀ ਹੁੰਦੀਆਂ ਸਨ ਬੈਕਗਰਾਉਂਡ ਤੇ ਕਿਹਾ ਜਾਂਦਾ ਸੀ 6 ਮਹੀਨੇ ਵਾਸਤੇ ਪੋਜ਼ਿਟਿਵ ਰਿਪੋਰਟਿੰਗ ਕਰੋ, ਜਿਹੜਾ ਟਾਈਮ ਦੇ ਦਿਓ ਸੈੱਟ ਹੋ ਜਾਏਗਾ ਕੰਮ। ਉਸ ਤੋਂ ਬਾਅਦ 2-3 ਸਾਲ ਤੇ ਕੰਮ ਠੀਕ ਚੱਲਿਆ। ਇਮਰਾਨ ਖਾਨ ਦੀ ਹੁਕੂਮਤ ਨੇ ਜਨਰਲ ਬਾਜਵਾ ਨੂੰ ਐਕਸਟੈਂਸ਼ਨ ਦਿੱਤੀ। ਇਮਰਾਨ ਖਾਨ ਦੀ ਹੁਕੂਮਤ ਦੇ ਕਾਲਾ ਅਹੁਦੇਦਾਰ ਨੂੰ ਮੈਂ ਜਾ ਕੇ ਪੁੱਛਿਆ ਕਿ ਇਮਰਾਨ ਖਾਨ ਤੇ ਕਹਿੰਦਾ ਹੁੰਦਾ ਸੀ ਆਰਮੀ ਚੀਫ ਨੂੰ ਐਕਸਟੈਂਸ਼ਨ ਦੇਣੀ ਨਹੀਂ, ਤੇ ਐਕਸਟੈਂਸ਼ਨ ਕਿਉਂ ਦੇਣ ਲੱਗੇ ਹੋ? ਉਹਨੇ ਕਿਹਾ ਜਿੰਨੀ ਸਪੋਰਟ ਮਿਲਦੀ ਪਈ ਜਨਰਲ ਬਾਜਵਾ ਤੋਂ, ਜੇ ਇਹਨੇ ਸਪੋਰਟ ਨਾ ਦਿੱਤੀ ਤੇ ਜਿਹੜੇ ਬੰਦੇ ਨਾਲ ਨੇ ਤੇ ਟੁੱਟ ਜਾਣਗੇ, ਹੁਕੂਮਤ ਕਿਸ ਤਰ੍ਹਾਂ ਚੱਲੇਗੀ? ਫਾਈਨਾਂਸ ਉਹ ਚਲਾਉਂਦੇ ਨੇ, ਪਾਵਰ ਸੈਕਟਰ ਉਹ ਚਲਾਉਂਦੇ ਨੇ,